ਸ੍ਰੀ ਵਾਹਿਗੁਰੂ ਜੀ। ਧੰਨ ਧੰਨ ਜਿਹ ਕੋ ਦਿਓ, ਤਾਂ ਸਿਓ ਨਿਹੋ ਨ ਕੀਨਾ। ਕਹੋ ਨਾਨਕ ਤਿਹ ਜਾਨੀਐ, ਸਦਾ ਵਸਤ ਤੁਮ ਸਾਥ। ਧੰਨ ਧੰਨ ਜਿਹ ਤੋ ਕੋ ਦਿਓ, ਤਾਂ ਸਿਓ ਨਿਹੋ ਨ ਕੀਨਾ। ਕਹੋ ਨਾਨਕ ਨਰ ਬਾਬਰੇ, ਅਬ ਕਿਉ ਡੋਲਤ ਦੀਨਾ। ਧੰਨ ਧੰਨ ਸੰਪੈ ਸੁਖ ਦਿਓ, ਹਰ ਜਿਹ ਨੀਕੇ ਧਾਮ। ਕਹੋ ਨਾਨਕ ਸੁਣ ਰੇ ਮਨਾ, ਸਿਮਰਤ ਕਾਹੇ ਨ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ, ਚਵਰ ਛਤਰ ਤਖਤ ਅਤੇ ਵਕਤ ਦੇ ਮਾਲਕ, ਦੋ ਜਹਾਨ ਵਾਲੀ, ਹਲਤ ਪਲਤ ਕੇ ਰੱਖਿਆ ਕਿ ਲੋਕ ਪਰਲੋਕ ਕੇ ਸਹਾਇਕ, ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਪਤਿਤ ਪਾਵਨ ਕਿਰਪਾ ਨਿਧਾਨ, ਸਦ ਬਖਸ਼ੰਦ ਮਿਹਰਬਾਨ, ਦਿਆਲੂ ਕਿਰਪਾਲੂ ਦੀਨਾ ਬੰਧੂ ਸਤਿਗੁਰੂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਪਾਵਨ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਵਡਭਾਗੇ ਹਾਂ ਅੰਮ੍ਰਿਤ ਵੇਲੇ ਗੁਰ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਸੇਵਾ ਸਿਮਰਨ ਕਰਕੇ, ਬਾਣੀ ਪੜ੍ਹ ਸੁਣ ਕੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਹੈ, ਸਵਾਸਾਂ ਨੂੰ ਸਫਲਿਆਂ ਬਣਾਇਆ ਹੈ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤਾਂ ਦਾ ਸਦਕਾ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਰੱਬੀ ਬਾਣੀ, ਧੁਰਕੀ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਆਓ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ, ਮਨ ਹਿਰਦਿਆਂ ਨੂੰ ਕਰੀਏ ਸੁੱਧ, ਰਸਨਾ ਨੂੰ ਕਰੀਏ ਪਵਿੱਤਰ। ਸਮੂਹ ਸੰਗਤ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਜਿਹ ਤੋ ਕੋ ਦਿਓ, ਤਾਂ ਸਿਓ ਨਿਹੋ ਨ ਕੀਨਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ ਤਿਲਕ ਜੰਝੂ ਦੇ ਰਾਖੀ ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਪਾਵਨ ਰਸਨਾ ਤੋਂ ਪਾਵਨ ਪਵਿੱਤਰ ਦਰਗਾਹੀ ਵਚਨ ਰੱਬੀ ਬਾਣੀ, ਧੁਰਕੀ ਬਾਣੀ ਉਚਾਰਨ ਕਰ ਰਹੇ ਹਨ। ਗਰੀਬ ਨਿਵਾਜ ਸਤਿਗੁਰੂ ਸਾਡੇ ਕਲਯੁਗ ਜੀਵਾਂ ਉੱਪਰ ਪਰਉਪਕਾਰ ਕਰਦੇ ਹੋਏ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਦੇ ਹੋਏ, ਸਾਡੇ ਮਨ ਦੇ ਵਹਿਮ ਭਰਮ ਭੁਲੇਖੇ ਦੂਰ ਕਰਦੇ ਹੋਏ ਸਾਨੂੰ ਪਾਵਨ ਪਵਿੱਤਰ ਅੰਮ੍ਰਿਤਮਈ ਰੱਬੀ ਬਾਣੀ ਦੇ ਨਾਲ ਜੋੜ ਰਹੇ ਹਨ। ਗਰੀਬ ਨਿਵਾਜ ਸਤਿਗੁਰੂ ਜੀ ਬਖਸ਼ਿਸ਼ਾਂ ਰਹਿਮਤਾਂ ਕਰਦੇ ਹੋਏ ਵਚਨ ਉਚਾਰਨ ਕਰਦੇ ਹਨ। ਧੰਨ ਧੰਨ ਜਿਹ ਤੋ ਕੋ ਦਿਓ। ਧੰਨ ਤੋਂ ਭਾਵੇ ਸਰੀਰ, ਧਨ ਰੁਪਏ, ਸੁੱਖ ਸਹੂਲਤਾਂ, ਮਹਿਲ ਮਾੜੀਆਂ। ਜਿਹ ਤੋ ਕੋ ਦਿਓ, ਜਿਹ ਤੋਂ ਭਾਵ ਜਿਸ ਵਾਹਿਗੁਰੂ ਪਰਮੇਸ਼ਰ ਤੋਂ ਤੈਨੂੰ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਇਹ ਸੁੰਦਰ ਸਰੀਰ ਦਿੱਤਾ, ਫਿਰ ਵਾਹਿਗੁਰੂ ਪਰਮੇਸ਼ਰ ਨੇ ਸੁੱਖ ਸਹੂਲਤਾਂ, ਧਨ ਦੌਲਤ, ਵਾਹਿਗੁਰੂ ਪਰਮੇਸ਼ਰ ਨੇ ਸਾਨੂੰ
ਬਖਸ਼ਿਆ। ਉਸ ਵਾਹਿਗੁਰੂ ਪਰਮੇਸ਼ਰ ਤਾਂ ਸਿਓ ਨੇਹੋ ਨਾ ਕੀਨ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਨੇ ਪ੍ਰੇਮ ਅਸੀਂ ਕੀਤਾ ਹੀ ਨਹੀਂ। ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਰੱਖਦੇ। ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ, ਸੁਖੀ ਜੀਵਨ ਬਖਸ਼ਿਆ ਅਤੇ ਨਾਲ ਸਾਨੂੰ ਸੁੰਦਰ ਅਤੇ ਤੰਦਰੁਸਤ ਸਰੀਰ ਬਖਸ਼ਿਆ। ਸਾਨੂੰ ਐਸਾ ਸਰੀਰ ਬਖਸ਼ਿਆ ਜਿਸ ਸਰੀਰ ਦੇ ਸਾਰੇ ਇੰਦਰੇ ਪੂਰੇ ਹਨ। ਜੇਕਰ ਸਾਡੇ ਤਨ ਦਾ ਇੱਕ ਇੰਦਰਾ ਕੰਮ ਨਾ ਕਰਦਾ ਹੋਵੇ, ਅੱਖਾਂ ਨਾ ਕੰਮ ਕਰਦੀਆਂ ਹੋਣ, ਅੱਖਾਂ ਦੇ ਵਿੱਚ ਰੋਸ਼ਨੀ ਨਾ ਹੋਵੇ, ਸਾਡੇ ਹੱਥ ਪੈਰ ਨਾ ਚੱਲਦੇ ਹੋਣ, ਤਾਂ ਸਾਡਾ ਜੀਵਨ ਅਧੂਰਾ ਹੈ। ਦੇਖ ਉਸ ਵਾਹਿਗੁਰੂ ਪਰਮੇਸ਼ਰ ਨੇ, ਸਤਿਗੁਰੂ ਜੀ ਆਖਦੇ ਤੇਰੇ 'ਤੇ ਕਿੰਨੀਆਂ ਰਹਿਮਤਾਂ ਵਰਸਾਈਆਂ, ਤੈਨੂੰ ਸੁੰਦਰ ਸਰੀਰ ਬਖਸ਼ਿਆ, ਤੰਦਰੁਸਤ ਸਰੀਰ ਬਖਸ਼ਿਆ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੂੰ ਪ੍ਰੇਮ ਨਹੀਂ ਕਰਦਾ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੂੰ ਆਪਣਾ ਨਿਹਚਾ ਨਹੀਂ ਰੱਖਦਾ। ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਿਆ ਕਰ, ਉਹਦਾ ਸ਼ੁਕਰਾਨਾ ਕਰਿਆ ਕਰੇ, ਵਾਹਿਗੁਰੂ ਤੂੰ ਮੇਰੇ 'ਤੇ ਰਹਿਮਤਾਂ ਵਰਸਾਈਆਂ ਹਨ। ਸਤਿਗੁਰੂ ਜੀ ਵਚਨ ਕਰਦੇ ਹਨ, ਹਵ ਰੰਗ ਮਾਣਹਿ ਜਿਸ ਸੰਗ ਤੇ, ਤੈਸਿਓ ਨਿਹੁ ਤੈਸਿਓ ਲਾਇਓ ਨਿਹੁ। ਹਵ ਰੰਗ ਮਾਣਹਿ, ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੂੰ ਸਾਰੇ ਰੰਗ ਮਾਣਦਾ ਹੈ, ਆਨੰਦ ਦੇ ਵਿੱਚ ਜੀਵਨ ਬਤੀਤ ਕਰਦਾ ਹੈ, ਤੈਸਿਓ ਨਿਹੁ ਨਾ ਲਾਇਓ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੂੰ ਆਪਣਾ ਪ੍ਰੇਮ ਜੋੜਿਆ ਹੀ ਨਹੀਂ। ਸੋ ਸਹੋ ਬਿੰਦ ਨਾ ਵਿਸਰੋ, ਨਾਨਕ ਚਿਨ ਸੁੰਦਰ ਰਚਿਆ ਦੇਹੋ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਇੱਕ ਬਿੰਦ ਭਰ ਵੀ ਵਿਸਰਿਆ ਕਿਵੇਂ ਸਰ ਜਾਵੇਗਾ। ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਇਹ ਸੁੰਦਰ ਸਰੀਰ ਰਾਜ ਪੁੱਜ ਕੇ ਦਿੱਤਾ, ਤੇਰੇ 'ਤੇ ਰਹਿਮਤਾਂ ਵਰਸਾਈਆਂ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਵਿਸਰਿਆ, ਉਹ ਵਾਹਿਗੁਰੂ ਪਰਮੇਸ਼ਰ ਦੀ ਯਾਦ ਨੂੰ ਭੁਲਾਂ ਦੀ ਕਿਵੇਂ ਸਰ ਸਕਦਾ ਹੈ। ਸਤਿਗੁਰੂ ਜੀ ਆਖਦੇ ਉਸ ਪਰਮਾਤਮਾ ਦੇ ਗੁਣ ਗਾ। ਸਤਿਗੁਰੂ ਜੀ ਸਾਨੂੰ ਸੁਖਮਨੀ ਸਾਹਿਬ ਜੀ ਦੇ ਅੰਦਰ ਇੱਕ ਉਪਦੇਸ਼ ਬਖਸ਼ਦੇ ਹਨ, ਰਮਈਆ ਕੇ ਗੁਣ ਚੇਤ ਪ੍ਰਾਨੀ। ਹੇ ਭਾਈ, ਉਸ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ। ਇਹ ਸੰਸਾਰੀ ਗੁਣ ਨਹੀਂ ਗਾਉਣੇ ਕਿਸੇ ਦੇ, ਉਸ ਰਮੇ ਹੋਏ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਰਮਈਆ ਦੇ ਗੁਣ ਗਾ। ਉਸ ਪਰਮਾਤਮਾ ਨੂੰ ਚੇਤੇ ਕਰ। ਕਿਉਂ ਚੇਤੇ ਕਰਨਾ ਹੈ? ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਹੈ? ਅਸੀਂ ਪੈਦਾ ਕਿੱਥੋਂ ਹੋਏ ਹੋਏ ਹਾਂ? ਜੇ ਅਸੀਂ ਇਸ ਦੀ ਪੜਚੋਲ ਕਰੀਏ ਕਿ ਸਾਡੀ ਪੈਦਾਇਸ਼ ਕਿੱਥੋਂ ਹੋਈ ਹੈ। ਸਤਿਗੁਰੂ ਜੀ ਗੁਰਬਾਣੀ ਅੰਦਰ ਵਚਨ ਕਰਦੇ ਹਨ ਕਿ ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰ ਅਪਾਰਾ। ਕਿੱਥੋਂ ਸਾਡੀ ਪੈਦਾਇਸ਼ ਹੋਈ? ਮਾਤਾ ਦੀ ਰਗਤ ਲਹੂ ਅਤੇ ਪਿਤਾ ਦੇ ਬਿੰਦ ਤੋਂ ਸਾਡੀ ਪੈਦਾਇਸ਼ ਹੋਈ। ਉਸ ਵਾਹਿਗੁਰੂ ਪਰਮੇਸ਼ਰ ਨੇ ਐਸੀ ਸਾਡੀ ਘਾੜਤ ਘੜ ਦਿੱਤੀ, ਐਸੀ ਘਾੜਤ ਘੜੀ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੇਰਾ ਮੂਲ ਕੀ ਸੀ? ਗੰਦਗੀ ਦੇ ਵਿੱਚੋਂ ਤੂੰ ਪੈਦਾ ਹੋਇਆ ਅਤੇ ਕਿੰਨਾ ਸੋਹਣਾ ਸੁੰਦਰ ਤੇਰਾ ਸਰੀਰ ਰਚ ਦਿੱਤਾ, ਬਣਾ ਦਿੱਤਾ। ਉਹ ਵਾਹਿਗੁਰੂ ਪਰਮੇਸ਼ਰ ਨੇ ਉਹਦੇ ਗੁਣ ਗਾ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨਹਿ ਅਵਾਰਿਆ। ਸਤਿਗੁਰੂ ਜੀ ਹੋਰ ਬਖਸ਼ਿਸ਼ਾਂ ਕਰਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਨੇ ਦੇਖ ਤੈਨੂੰ ਪੈਦਾ ਕਰਕੇ, ਕਿਹੋ ਜਿਹੇ ਥਾਂ ਤੋਂ ਪੈਦਾ ਕਰਕੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਕਿੰਨਾ ਸੋਹਣਾ ਸਰੀਰ ਬਣਾ ਦਿੱਤਾ।
ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਉਹ ਵਾਹਿਗੁਰੂ ਪਰਮੇਸ਼ਰ ਨੇ ਸਾਜਿਆ, ਸਾਜ ਕੇ ਮਾਸ ਦਾ ਜਿਹੜਾ ਇੱਕ ਲੋਥੜਾ ਸੀ ਉਹ ਬਣਾ ਕੇ ਸਾਜ ਸਵਾਰ, ਫਿਰ ਸਵਾਰਿਆ, ਸਾਡੇ ਸਰੀਰ ਦੇ ਅੰਗ ਬਣਾਏ, ਫਿਰ ਸ਼ਿੰਗਾਰਿਆ, ਇਹ ਸਰੀਰ ਨੂੰ ਸ਼ਿੰਗਾਰਿਆ, ਇਹਨੂੰ ਸੁੰਦਰ ਬਣਾਇਆ, ਨੈਣ ਨਕਸ਼ ਸੋਹਣਾ ਰੂਪ ਰੰਗ ਬਣਾਇਆ ਉਹ ਵਾਹਿਗੁਰੂ ਪਰਮੇਸ਼ਰ ਨੇ। ਜਿਵੇਂ ਘੁਮਿਆਰ ਵੀਰ ਘੜਾ ਬਣਾਉਂਦਾ ਹੈ, ਘੜਾ ਬਣਾ ਕੇ ਅਤੇ ਫਿਰ ਪਹਿਲਾਂ ਮਿੱਟੀ ਨੂੰ ਇਕੱਠਿਆਂ ਕਰਕੇ ਚੱਕ 'ਤੇ ਰੱਖਦਾ ਹੈ, ਘੁਮਾਉਂਦਾ ਹੈ ਅਤੇ ਹੱਥ ਦੇ ਨਾਲ ਉਹਨੂੰ ਸ਼ੇਪ ਦਿੰਦਾ ਹੈ। ਜਦੋਂ ਘੜਾ ਬਣ ਜਾਂਦਾ ਹੈ ਫਿਰ ਅੱਗ ਦੇ ਵਿੱਚ ਰੱਖ ਕੇ ਪਕਾਉਂਦਾ ਹੈ। ਪਕਾਉਣ ਤੋਂ ਬਾਅਦ ਫਿਰ ਉਹਦੇ ਉੱਪਰ ਬੇਲ ਬੂਟੀਆਂ ਬਣਾਉਂਦਾ ਹੈ, ਉਹਨੂੰ ਸ਼ਿੰਗਾਰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਸਾਡੇ 'ਤੇ ਰਹਿਮਤਾਂ ਕੀਤੀਆਂ। ਦੇਖ ਤੇਰਾ ਮੂਲ ਕੀ ਹੈ, ਤੇਰਾ ਕਿੰਨਾ ਸੁੰਦਰ ਸਰੀਰ ਬਣਾ ਦਿੱਤਾ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨਹਿ ਅਵਾਰਿਆ। ਫਿਰ ਜਠਰ ਅਗਨ ਦੇ ਵਿੱਚ ਤੇਰੀ ਰੱਖਿਆ ਕੀਤੀ ਵਾਹਿਗੁਰੂ ਪਰਮੇਸ਼ਰ ਨੇ। ਜਿੱਥੇ ਕਿਸੇ ਦੀ ਪਹੁੰਚ ਨਹੀਂ ਸੀ, ਇੱਥੇ ਤੈਨੂੰ ਸੰਸਾਰ ਦੇ ਜੀਵਾਂ ਦੀ, ਸੰਸਾਰ ਦੀ ਪ੍ਰਭਤਾ ਦੀ, ਸੰਸਾਰ ਦੀ ਤਾਕਤਾਂ ਦੀ ਤੈਨੂੰ ਇੱਥੇ ਤਾਂ ਆਸਰਾ ਹੈ। ਉੱਥੇ ਕਿਹਦਾ ਆਸਰਾ ਸੀ? ਉੱਥੇ ਬਲਦੀ ਹੋਈ ਅੱਗ ਦੇ ਵਿੱਚ ਤੇਰੀ ਰੱਖਿਆ ਕੀਤੀ। ਗਰਭ ਅਗਨ ਮੈਂ ਜਿਨਹਿ ਅਵਾਰਿਆ, ਬਾਰ ਵਿਵਸਥਾ ਤੁਧ ਹੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਜਦੋਂ ਤੇਰੇ ਮੂੰਹ ਦੇ ਵਿੱਚ ਦੰਦ ਨਹੀਂ ਸੀ, ਤੂੰ ਭੋਜਨ ਛਕ ਨਹੀਂ ਸੀ ਸਕਦਾ, ਹੱਥ ਪੈਰ ਤੇਰੇ ਕੰਮ ਨਹੀਂ ਸੀ ਕਰਦੇ, ਉਦੋਂ ਵਾਹਿਗੁਰੂ ਪਰਮੇਸ਼ਰ ਨੇ ਤੇਰੇ 'ਤੇ ਕਿੱਡੀਆਂ ਰਹਿਮਤਾਂ ਬਰਸਾਈਆਂ। ਤੈਨੂੰ ਤੇਰੇ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਸਰੀਰ ਦੇ ਵਿੱਚ ਦੁੱਧ ਪੈਦਾ ਕਰ ਦਿੱਤਾ ਕਿ ਤੂੰ ਪ੍ਰਸ਼ਾਦਾ ਛਕ ਨਹੀਂ ਹੋਣਾ। ਪੀਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਦੁੱਧ ਪੈਦਾ ਕਰ ਦਿੱਤਾ। ਜਿਸ ਵਾਹਿਗੁਰੂ ਪਰਮੇਸ਼ਰ ਨੇ ਐਡੀਆਂ ਤੇਰੀਆਂ ਰਹਿਮਤਾਂ ਤੇਰੇ 'ਤੇ ਵਰਸਾਈਆਂ, ਉਹ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਯਾਦ ਕਿਉਂ ਨਹੀਂ ਕਰਦਾ? ਉਹਦੇ ਨਾਲ ਤੂੰ ਆਪਣਾ ਪ੍ਰੇਮ ਕਿਉਂ ਨਹੀਂ ਬਣਾਉਂਦਾ? ਇਹ ਜਿਹੜਾ ਸਰੀਰ ਹੈ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤਾ, ਇਹਦੇ ਵਿੱਚ ਹੈ ਕਿ ਸਤਿਗੁਰੂ ਜੀ ਵਚਨ ਕਰਦੇ ਹਨ ਕਿ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਉਹ ਵਾਹਿਗੁਰੂ ਪਰਮੇਸ਼ਰ ਨੇ ਜਲ ਕੀ ਭੀਤ, ਜਲ ਦੀ ਕੰਧ ਕਰਕੇ, ਪਵਨ ਕਾ ਥੰਬਾ, ਇਹਨੂੰ ਪਵਨ ਹਵਾ ਦਾ ਥੰਬਾ ਆਸਰਾ ਦੇ ਦਿੱਤਾ। ਰਕਤ ਬੂੰਦ ਕਾ ਗਾਰਾ, ਰਕਤ ਬੂੰਦ ਦਾ ਗਾਰਾ ਲਾ ਕੇ ਇਹ ਕੰਧ ਖੜੀ ਕਰ ਦਿੱਤੀ, ਭੀਤ ਕੰਧ ਖੜੀ ਕਰ ਦਿੱਤੀ। ਰਕਤ ਬੂੰਦ ਦਾ ਗਾਰਾ ਲਾ ਕੇ ਵਾਹਿਗੁਰੂ ਪਰਮੇਸ਼ਰ ਨੇ। ਇਹ ਕੱਚੀ ਕੰਧ ਹੈ, ਢਹਿੰਦਿਆਂ ਦੇਰ ਨਹੀਂ ਲੱਗਦੀ। ਅਸੀਂ ਇਸ ਤਨ ਦੇ ਉੱਪਰ ਬੜਾ ਮਾਣ ਕਰਦੇ ਹਾਂ। ਮੇਰਾ ਸਰੀਰ, ਮੇਰੇ ਸਰੀਰ ਦੀ ਤਾਕਤ। ਭਗਤ ਜੀ ਸਾਨੂੰ ਯਾਦ ਕਰਾਉਂਦੇ ਹਨ ਕਿ ਇਹਦੇ ਵਿੱਚ ਹੈ ਕਿ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਹਵਾ ਦਾ ਆਸਰਾ ਹੈ। ਜਦੋਂ ਹਵਾ ਦਾ ਆਸਰਾ ਹਟ ਗਿਆ ਅਤੇ ਨਾਲ ਹੀ ਇਸ ਮਹਿਲ ਨੇ ਡਿੱਗ ਪੈਣਾ। ਜਿਸ ਤਰ੍ਹਾਂ ਮਕਾਨ ਦੀ ਛੱਤ ਦੇ ਥੱਲੇ ਆਸਰਾ ਦਿੱਤਾ ਜਾਂਦਾ ਹੈ, ਥੰਬਾ ਦਿੱਤਾ ਜਾਂਦਾ ਹੈ, ਜੋ ਉਸ ਥੰਬੇ ਨੂੰ ਕੱਢ ਲਿਆ ਜਾਵੇ ਤਾਂ ਛੱਤ ਡਿੱਗ ਜਾਂਦੀ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਨੇ ਇਹ ਸੁੰਦਰ ਮਹਿਲ ਰਚ ਕੇ ਇਹਨੂੰ ਹਵਾ ਦਾ ਆਸਰਾ ਦੇ ਦਿੱਤਾ। ਹਵਾ ਦੇ ਆਸਰੇ ਨਾਲ ਇਹ ਸਰੀਰ ਚੱਲ ਰਿਹਾ ਹੈ। ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਹਾੜ ਮਾਸ ਨਾੜੀ, ਹੱਡ ਮਾਸ ਨਾੜੀਆਂ। ਵਾਹਿਗੁਰੂ ਪਰਮੇਸ਼ਰ ਨੇ ਹੱਡ ਮਾਸ ਉੱਪਰ, ਇਹਦੇ ਹੱਡ ਦੇ ਉੱਪਰ ਜਿਹੜਾ ਢਾਂਚਾ ਬਣਾਇਆ ਹੱਡਾਂ ਦਾ, ਵਿੱਚ ਨਾੜੀਆਂ ਪੈਦਾ ਕਰਕੇ ਉੱਪਰ ਵਾਹਿਗੁਰੂ ਪਰਮੇਸ਼ਰ ਨੇ ਮਾਸ ਦਾ ਪੋਚਾ ਦੇ ਦਿੱਤਾ। ਇਸ
ਨਾੜੀਆਂ ਨੂੰ, ਲਹੂ ਮਿੱਝ ਨੂੰ, ਹੱਡਾਂ ਨੂੰ ਢਕਣ ਵਾਸਤੇ ਇਸ ਪਿੰਜਰੇ ਦੇ ਵਿੱਚ ਪੰਛੀ ਵਸ ਰਿਹਾ ਹੈ। ਪੰਛੀ ਕਿਹੜਾ? ਜੀਵ ਆਤਮਾ। ਜੀਵ ਆਤਮਾ ਰੂਹ ਇਸ ਪਿੰਜਰੇ ਦੇ ਵਿੱਚ ਵਸ ਰਹੀ ਹੈ ਅਤੇ ਪਿੰਜਰਾ ਜਿਹੜਾ ਮਕਾਨ ਹੈ ਇਹ ਕੱਚਾ ਹੈ। ਇਹਨੂੰ ਢਹਿੰਦਿਆਂ ਦੇਰ ਨਹੀਂ ਲੱਗਦੀ। ਭਗਤ ਜੀ ਆਖਦੇ ਹਨ, ਪ੍ਰਾਨੀ ਕਿਆ ਤੇਰਾ ਕਿਆ ਮੇਰਾ, ਫਿਰ ਤੂੰ ਮੈਂ ਮੇਰੀ ਦੇ ਵਿੱਚ ਲੱਗਾ ਹੋਇਆ। ਮੈਂ ਮੇਰੀ ਦੇ ਵਿੱਚ ਲੱਗਾ ਹੋਇਆ ਹੈ। ਇਹਦਾ ਕੀ ਪਤਾ ਕਦੋਂ ਇਹਨੇ ਢਹਿ ਜਾਣਾ ਹੈ। ਜੈਸੇ ਤਰਬਰ ਪੰਖ ਵਸੇਰਾ, ਜਿਵੇਂ ਪੰਛੀ ਦਾ ਤਰਬਰ ਦਰਖਤ ਦੇ ਉੱਪਰ ਵਸੇਰਾ ਰਾਤ ਕੱਟਣ ਵਾਸਤੇ ਵਸੇਰਾ ਕਰਦਾ ਹੈ, ਟਿਕਾਣਾ ਬਣਾਉਂਦਾ ਹੈ, ਇਸੇ ਤਰ੍ਹਾਂ ਦਾ ਹੀ ਤੇਰਾ ਜੀਵਨ ਹੈ। ਪਤਾ ਨਹੀਂ ਕਦੋਂ ਭੌਰ ਨੇ ਇਹਦੇ ਵਿੱਚੋਂ ਉਡਾਰੀ ਮਾਰ ਜਾਣੀ ਹੈ। ਇਹ ਕੱਚਾ ਕਿਲਾ ਹੈ, ਡਿੱਗਦਿਆਂ ਦੇਰ ਨਹੀਂ ਲੱਗਦੀ। ਰਾਖੋ ਕੰਧ ਉਸਾਰੋ ਨੀਵਾ, 3.5 ਹੱਥ ਤੇਰੀ ਸੀਵਾ। ਵੱਧ ਤੋਂ ਵੱਧ 3.5 ਹੱਥ ਤੇਰੀ ਧਰਤੀ ਜੋ ਉੱਪਰ ਮੇਰ ਹੈ। ਉਹ ਵੀ ਜਿਸ ਵਕਤ ਤੇਰਾ ਸੰਸਕਾਰ ਹੋਵੇਗਾ ਉਦੋਂ 3.5 ਹੱਥ 3.25 ਹੋ ਜਾਵੇਗੀ, ਘਣੀ ਤਾਂ 3.25 ਹੋ ਜਾਵੇਗੀ। ਪਰ ਪਤਾ ਨਹੀਂ ਉਸ ਧਰਤੀ ਦੇ ਉੱਪਰ ਪਹਿਲਾਂ ਕਿੰਨੇ ਸੰਸਕਾਰ ਹੋਏ ਹਨ ਅਤੇ ਬਾਅਦ ਦੇ ਵਿੱਚ ਕਿੰਨੇ ਸੰਸਕਾਰ ਹੋਣਗੇ, ਉਹ ਵੀ ਤੇਰੀ ਨਹੀਂ ਹੈ। ਕਾਹਦਾ ਤੂੰ ਮਾਣ ਕਰ ਰਿਹਾ ਹੈ। ਭਗਤ ਜੀ ਆਖਦੇ ਹਨ, ਇਹ ਤਨ ਹੋਏਗਾ ਭਸਮ ਕੀ ਢੇਰੀ। ਇਹ ਭਸਮ ਦੀ ਢੇਰੀ ਹੋ ਜਾਣਾ ਹੈ। ਇਹ ਗੁਰੂ ਨੂੰ ਅਰਪਣ ਕਰ ਦੇ, ਗੁਰੂ ਨੂੰ ਅਰਪਣ ਕਰ ਦੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਤਨ ਮਨ ਧਨ ਸਭ ਗੁਰੂ ਨੂੰ ਅਰਪਣ ਕਰ ਦੇ। ਜਦੋਂ ਗੁਰੂ ਨੂੰ ਅਰਪਣ ਕਰ ਦਿੱਤਾ ਅਤੇ ਗੁਰੂ ਦਾ ਹੁਕਮ ਮੰਨਣਾ ਕਰ। ਜੋ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਹੈ, ਸਾਡੇ 'ਤੇ ਸਤਿਗੁਰਾਂ ਨੇ ਰਹਿਮਤਾਂ ਵਰਸਾਈਆਂ, ਸਾਨੂੰ ਪੂਰਨ ਮਨੁੱਖ ਬਣਾਇਆ। ਸਿੱਖ ਇੱਕ ਪੂਰਨ ਮਨੁੱਖ ਹੈ ਜਿਹਦੇ ਵਿੱਚ ਸਤਿਗੁਰਾਂ ਨੇ ਸਾਰੇ ਗੁਣ ਭਰ ਦਿੱਤੇ। ਜਿਹੜਾ ਪੂਰਨ ਗੁਰਸਿੱਖ ਹੈ ਉਹਦੇ ਅੰਦਰ ਪੂਰਨ ਗੁਣ ਭਰ ਦਿੱਤੇ। ਹਰ ਇੱਕ ਸਿੱਖ ਦੇ ਵਿੱਚ ਨਹੀਂ। ਜਿਹਨੇ ਗੁਰੂ ਦੇ ਮੱਤ ਲੈ ਕੇ ਗੁਰੂ ਦੇ ਅਪਣਾਏ ਰਸਤੇ 'ਤੇ ਚੱਲਣਾ ਕੀਤਾ, ਉਹਦੇ ਜੀਵਨ ਦੇ ਵਿੱਚ ਸ਼ੁਭ ਗੁਣ ਭਰ ਦਿੱਤੇ। ਸ਼ੁਭ ਗੁਣ ਕਿਹੜੇ? ਸਤ, ਸੰਤੋਖ, ਦਇਆ, ਧਰਮ ਆਦਿ ਜਿਹੜੇ ਸ਼ੁਭ ਗੁਣ ਹਨ। ਗੁਰੂ ਦਾ ਸਿੱਖ ਦਇਆਵਾਨ ਹੁੰਦਾ ਹੈ। ਕਿਸੇ ਦੁਖੀ ਨੂੰ ਦੇਖ ਕੇ ਉਹਦੇ ਮਨ ਦੇ ਵਿੱਚ ਦਇਆ ਆਉਂਦੀ ਹੈ। ਧਰਮੀ ਹੁੰਦਾ ਹੈ ਅਤੇ ਧਰਮ ਦੇ ਬੰਧਨਾਂ ਦੇ ਵਿੱਚ ਚੱਲਦਾ ਹੈ। ਗੁਰੂ ਦੇ ਨੂੰ ਆਪਣਾ ਜਿਹੜਾ ਤਨ ਹੈ ਅਰਪਣ ਕਰ ਦੇ, ਪਰ ਸਾਤੋਂ ਅਰਪਣ ਹੁੰਦਾ ਹੀ ਨਹੀਂ। ਸਤਿਗੁਰੂ ਜੀ ਆਖਦੇ ਨੇ, ਤਨ ਮਨ ਧਨ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਗੁਰੂ ਦਾ ਹੁਕਮ ਕੀ ਹੈ? ਸੱਚੀ ਬਾਣੀ ਗਾ। ਗੁਰੂ ਦੇ ਸੱਚੇ ਵਚਨਾਂ ਨੂੰ ਯਾਦ ਰੱਖ ਜੀਵਨ ਦੇ ਵਿੱਚ। ਪਰ ਸਾਤੋਂ ਗੁਰੂ ਦੇ ਵਚਨਾਂ 'ਤੇ ਚੱਲ ਨਹੀਂ ਹੁੰਦਾ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ ਹੀ ਨਹੀਂ ਹੁੰਦਾ। ਕਿਉਂਕਿ ਸਾਡੇ ਅੰਦਰ 5 ਵਿਕਾਰ ਇਸ ਸਰੀਰ ਦੇ ਵਿੱਚ ਵਸ ਰਹੇ ਹਨ। ਜਿਹੜੇ 5 ਵਿਕਾਰ ਹਨ ਉਹ ਸਾਨੂੰ ਗੁਰੂ ਦੇ ਚਰਨਾਂ ਨਾਲ ਜੁੜ ਨਹੀਂ ਦਿੰਦੇ। ਜਿਹੜੇ 5 ਵਿਕਾਰ ਹਨ ਉਹ ਗੁਰੂ ਦੇ ਚਰਨਾਂ ਨਾਲ ਜੁੜ ਨਹੀਂ ਦਿੰਦੇ। ਸਾਨੂੰ ਆਪਣੇ ਵਿੱਚ ਹੀ ਰਚਾਈ ਮਚਾਈ ਰੱਖਦੇ ਹਨ। ਅਸੀਂ ਇਹਨਾਂ ਵਿੱਚ ਹੀ ਰਚੇ ਮਿਚੇ ਰਹਿੰਦੇ ਹਾਂ। ਐਸੀ ਮਾਇਆ ਨੇ ਸਾਡੇ 'ਤੇ ਪ੍ਰਭਾਵ ਪਾਇਆ। ਜਿਹੜੇ ਗੁਰੂ ਦੀ ਮੱਤ ਨਹੀਂ ਗ੍ਰਹਿਣ ਕਰਦੇ, ਮਾਇਆ ਉਹਨਾਂ 'ਤੇ ਪ੍ਰਭਾਵ ਪਾ ਲੈਂਦੀ ਹੈ ਅਤੇ ਮਾਇਆ ਨੇ ਫਿਰ ਆਪਣੀ ਫੌਜ ਛੱਡੀ ਹੋਈ ਹੈ ਕਿ ਇਹ ਜਿਹੜਾ ਤਨ ਹੈ, ਜਿਹੜਾ ਸਰੀਰ ਹੈ, ਇਹ ਮੇਰੀ ਅਮਾਨਤ ਹੈ। ਇਹ ਕਿਤੇ ਗੁਰੂ ਦੀ ਸ਼ਰਨ ਵਿੱਚ ਨਾ ਚਲਾ ਜਾਵੇ। ਜੇ ਗੁਰੂ ਦੀ ਸ਼ਰਨ ਵਿੱਚ ਚਲਾ ਗਿਆ ਫਿਰ ਇਹਨੇ 84 ਦੇ ਚੱਕਰ ਵਿੱਚੋਂ ਨਿਕਲ ਜਾਣਾ, ਮੇਰੇ ਤੋਂ ਵੱਜ ਜਾਵੇਗਾ। ਇਸੇ ਕਰਕੇ ਸਤਿਗੁਰੂ ਜੀ ਆਖਦੇ ਹਨ
ਕਿ ਜਿਹੜੇ ਗੁਰੂ ਨਾਨਕ ਦੇ ਬਣ ਗਏ, ਜਿਹੜੇ ਗੁਰੂ ਦੇ ਬਣ ਗਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਣ ਗਏ, ਉਹਦਾ ਤਾਂ ਲੇਖਾ ਧਰਮਰਾਜ ਵੀ ਪਾੜ ਦਿੰਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਾਂ ਨਾਨਕ ਲੇਖਾ ਸਮਝਾ। ਜਿਹੜੇ ਗੁਰੂ ਨਾਨਕ ਦੇ ਬਣ ਗਏ, ਗੁਰੂ ਦੇ ਦਰ 'ਤੇ ਆ ਢਹਿ ਪਏ, ਉਹਨਾਂ ਦਾ ਲੇਖਾ ਤਾਂ ਧਰਮਰਾਜ ਵੀ ਪਾੜ ਦਿੰਦਾ ਹੈ ਕਿ ਹੁਣ ਇਹ ਮੇਰੇ ਪਾਸ ਨਹੀਂ ਆਉਣਗੇ, ਹੁਣ ਇਹ ਮੇਰੇ ਜਾਲ ਤੋਂ ਨਿਕਲ ਗਏ। ਸ਼ਿਕਾਰੀ ਪੰਛੀਆਂ ਦੇ ਉੱਪਰ ਜਾਲ ਪਾਉਂਦਾ ਹੈ, ਉਹਨਾਂ ਪੰਛੀਆਂ ਦੇ ਵਿੱਚੋਂ ਕੁਝ ਪੰਛੀ ਉਸ ਜਾਲ ਦੇ ਵਿੱਚੋਂ ਫਸਣ ਤੋਂ ਬਚ ਜਾਂਦੇ ਹਨ, ਉੱਡ ਜਾਂਦੇ, ਆਜ਼ਾਦ ਹੋ ਜਾਂਦੇ ਹਨ। ਜਿਹੜੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਸ਼ਿਕਾਰੀ ਉਹਨਾਂ ਨੂੰ ਲਿਆ ਕੇ ਆਪਣੇ ਅਧੀਨ ਕਰਦਾ ਹੈ, ਉਹਨਾਂ ਦਾ ਮਾਸ ਵੇਚਦਾ ਹੈ, ਉਹਨਾਂ ਨੂੰ ਆਪਣੇ ਅਧੀਨ ਕਰਕੇ ਆਪਣੀ ਸਿੱਖਿਆ ਦਿੰਦਾ ਹੈ। ਬੜੇ ਦੁੱਖ ਭਰਦੇ ਹਨ। ਇਹੋ ਗੱਲ ਸਾਡੀ ਹੈ। ਮਾਇਆ ਜਾਲ ਪਾਉਂਦੀ ਹੈ। ਜਿਹੜੇ ਤਾਂ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ, ਉਹ ਬਚ ਜਾਂਦੇ, ਆਜ਼ਾਦ ਹੋ ਜਾਂਦੇ ਹਨ। ਅਤੇ ਜਿਹੜੇ ਮਾਇਆ ਦੇ ਜਾਲ ਵਿੱਚ ਫਸ ਜਾਂਦੇ ਹਨ, ਜਿਵੇਂ ਅਸੀਂ ਫਸੇ ਹੋਏ ਹਾਂ, ਤਾਂ ਫਿਰ ਮਾਇਆ ਆਪਣੇ ਅਨੁਸਾਰ ਇਹਨਾਂ ਨੂੰ ਚਲਾਉਂਦੀ ਹੈ। ਸਤਿਗੁਰੂ ਜੀ ਗੁਰਬਾਣੀ ਅੰਦਰ ਵਚਨ ਕਰਦੇ ਹਨ, ਦੇਹੀ ਗਾਵਾ ਜੀਓ ਧਰ ਮਹਤੋ ਬਸੈ ਪੰਜ ਕਰਸਾਨਾ। ਇਹ ਜਿਹੜਾ ਸਰੀਰ ਹੈ, ਇਹ ਇੱਕ ਗਾਵ ਨਗਰ ਹੈ, ਪਿੰਡ ਹੈ। ਅਤੇ ਜੀਓ ਧਰ ਮਹਤੋ, ਮਹਤੋ ਆਖਦੇ ਹਨ ਚੌਧਰੀ ਨੂੰ। ਜਿਹੜਾ ਜੀਓ ਜਿੰਦ ਆਤਮਾ ਹੈ, ਉਹ ਇਹਦੇ ਵਿੱਚ ਚੌਧਰੀ ਹੈ। ਅੱਜ ਦੇ ਸਮੇਂ ਦੇ ਵਿੱਚ ਸਰਪੰਚ ਹੈ। ਇਹ ਜਿਹੜਾ ਸਰੀਰ ਦੇਹ ਹੈ, ਇਹ ਨਗਰ ਹੈ, ਪਿੰਡ ਹੈ, ਅਤੇ ਇਹਦੇ ਵਿੱਚ ਜਿਹੜੀ ਜੀਓ ਆਤਮਾ ਹੈ, ਇੱਕ ਸਰਪੰਚ ਹੈ। ਅਤੇ ਵਸੇ ਪੰਜ ਕਿਰਸਾਨਾ, ਇਸ ਨਗਰ ਦੇ ਵਿੱਚ ਪੰਜ ਕਿਰਸਾਨ ਵਸਦੇ ਹਨ। ਕਿਰਤ ਕਰਨ ਵਾਲੇ ਉਹ ਕਿਹੜੇ ਹਨ? ਭਗਤ ਜੀ ਆਖਦੇ ਹਨ, ਨੈਨੂ ਨਟਕੂ ਸਰਵਣੂ ਰਸਪਤ ਇੰਦਰੀ ਕਿਹਾ ਨਾ ਮਨ। ਇਹ ਪੰਜ ਹਨ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਇਸ ਨਗਰ ਦੇ ਵਿੱਚ ਪੰਜ ਵਕਾਰ ਰੂਪੀ ਕਿਰਸਾਨ ਵਸਦੇ ਹਨ। ਪਰ ਨਾਲ ਹੀ ਇਸ ਨਗਰ ਦੇ ਵਿੱਚ ਜੀਓ ਜਿੰਦ ਵਸਦੀ ਹੈ, ਜਿਹੜੀ ਇਹਨਾਂ ਦੀ ਮੁਖੀ ਹੈ, ਜਿਹੜੀ ਸਰਪੰਚ ਹੈ। ਸਰਪੰਚ ਦਾ ਕੀ ਕੰਮ ਹੈ ਕਿ ਸਾਰਾ ਨਗਰ ਸਰਪੰਚ ਦਾ ਆਖਿਆ ਮੰਨਦਾ ਹੈ। ਜੋ ਜਿਸ ਤਰ੍ਹਾਂ ਦੀ ਸਰਪੰਚ ਨਗਰ ਦੇ ਜੀਵਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਕੰਮ ਕਰਨ ਦੀ ਸਲਾਹ ਦਿੰਦਾ ਹੈ, ਉਸੇ ਤਰ੍ਹਾਂ ਹੀ ਹੁੰਦਾ ਹੈ। ਪਰ ਇੱਥੇ ਉਲਟ ਹੈ। ਇਹ ਸਰੀਰ ਰੂਪੀ ਇੱਕ ਪਿੰਡ ਹੈ, ਸਰੀਰ ਹੈ। ਇਹਦੇ ਵਿੱਚ ਜੀਵ ਆਤਮਾ ਚੌਧਰੀ ਹੈ। ਪੰਜ ਇਹਦੇ ਵਿੱਚ ਜੀਵ ਵਸਦੇ ਹਨ। ਪੰਜ ਮਕਾਨ ਹਨ। ਉਹ ਹਨ ਨੈਨੂ ਨਟਕੂ ਸਰਵਣੂ ਰਸਪਤ। ਨੈਨੂ ਅੱਖਾਂ, ਸਾਡੀਆਂ ਅੱਖਾਂ। ਨਟਕੂ ਨੱਕ, ਸਰਵਣੂ ਕੰਨ, ਰਸਪਤ ਇੰਦਰੀ ਸਾਡੀ ਜੀਭਾ। ਇਹ ਜਿਹੜੇ ਪੰਜ ਸਾਡੇ ਇੰਦਰੀ ਹਨ, ਇਹਨਾਂ ਦੇ ਉੱਪਰ ਇਹਨਾਂ ਪੰਜਾਂ ਕਿਰਸਾਨਾਂ ਨੇ ਆਪਣਾ ਪ੍ਰਭਾਵ ਪਾਇਆ ਹੋਇਆ, ਜਿਹੜੇ ਸਾਨੂੰ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਣ ਦਿੰਦੇ। ਅਸੀਂ ਗੁਰੂ ਦੀ ਸ਼ਰਨ ਵਿੱਚ ਕਿਉਂ ਨਹੀਂ ਆ ਸਕਦੇ? ਇੰਨਾ ਪ੍ਰਭਾਵ ਸਾਡੇ 'ਤੇ ਪਾਇਆ ਹੋਇਆ ਕਿ ਇਹਨਾਂ ਨੇ ਜਿਹੜੇ ਸਾਡੇ ਪੰਜ ਇੰਦਰੀ ਗਿਆਨ ਇੰਦਰੀ ਸਨ, ਜਿਨ੍ਹਾਂ ਤੋਂ ਅਸੀਂ ਗੁਰੂ ਦਾ ਗਿਆਨ ਲੈਣਾ ਸੀ, ਇਹਨਾਂ ਪੰਜਾਂ ਕਿਰਸਾਨਾਂ ਨੇ ਆਪੋ ਆਪਣੇ ਅੱਡੋ ਅੱਡੀ ਇੰਦਰੀ ਮੱਲ ਲਏ। ਅੱਡੋ ਅੱਡੀ ਇੰਦਰੀ ਮੱਲ ਲਏ। ਇਹਨਾਂ ਨੂੰ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਣ ਦਿੰਦੇ। ਅਤੇ ਸਰਪੰਚ ਦਾ ਕਿਹਾ ਹੋਇਆ ਮੰਨਦੇ ਹੀ ਨਹੀਂ। ਇੰਦਰੀ ਕਿਹਾ ਨਾ ਮਨ ਹੈ। ਇਹਨਾਂ ਜੀਵ ਆਤਮਾ ਦਾ ਆਖਿਆ ਹੋਇਆ ਇਹ ਇੰਦਰੇ ਮੰਨਦੇ ਹੀ ਨਹੀਂ। ਆਕੀ ਹੋ ਗਏ।
ਜਿਸ ਤਰ੍ਹਾਂ ਸਰਪੰਚ ਦੇ ਕਹਿਣ ਤੋਂ ਵੀ ਕਈ ਆਕੀ ਹੁੰਦੇ ਹਨ, ਉਹਦੇ ਹੁਕਮ ਨਹੀਂ ਮੰਨਦੇ, ਇਸੇ ਤਰ੍ਹਾਂ ਹੀ ਇਸ ਸਰੀਰ ਰੂਪੀ ਪਿੰਡ ਦੇ ਵਿੱਚ ਜਿਹੜਾ ਜੀਵ ਆਤਮਾ ਹੈ, ਇਹ ਇੱਕ ਆਗੂ ਹੈ। 5 ਕਿਰਸਾਨ ਵੱਸਦੇ ਹਨ। ਇਹਨਾਂ 5 ਕਿਰਸਾਨਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਹੱਡੋ ਅੱਡੀ ਕਬਜ਼ਾ ਕਰ ਲਿਆ ਇੰਦਰੀਆਂ ਦੇ ਉੱਪਰ। ਅਤੇ ਇੰਦਰੀਆਂ 'ਤੇ ਕਬਜ਼ਾ ਹੋਣ ਦੇ ਨਾਲ ਇਹਨਾਂ ਇੰਦਰੀਆਂ ਦੁਆਰਾ ਸਾਡੇ ਮਨ ਦੇ ਉੱਪਰ ਪ੍ਰਭਾਵ ਪਿਆ। ਜਦੋਂ ਮਨ ਦੇ ਉੱਪਰ ਪ੍ਰਭਾਵ ਪਿਆ, ਮਨ ਨੇ ਬੁੱਧੀ ਨੂੰ ਸੰਕੇਤ ਕੀਤਾ। ਬੁੱਧੀ ਵੀ ਜਿਹੜੀ ਸਾਡੀ ਉਹ ਵੀ ਪਤਿਤ ਹੋ ਗਈ, ਬੁੱਧੀ ਵੀ ਸਾਡੀ ਮਲੀਨ ਹੋ ਗਈ, ਕਿਉਂਕਿ ਜਿਹੋ ਜਿਹਾ ਇਹਨਾਂ ਇੰਦਰੀਆਂ ਨੇ ਵੇਖਿਆ, ਸੁਣਿਆ, ਇਹਨਾਂ ਨੂੰ ਰਸ ਮਿਲਿਆ, ਉਹ ਇਹਨਾਂ ਨੇ ਮਨ ਨੂੰ ਸੰਕੇਤ ਕੀਤਾ। ਮਨ ਦਾ ਸਿੱਧਾ ਪ੍ਰਭਾਵ ਸਾਡੀ ਬੁੱਧੀ 'ਤੇ ਪਿਆ। ਇਸੇ ਕਰਕੇ ਤਾਂ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਆਪਣੀ ਮਤ ਛੱਡ ਕੇ ਗੁਰ ਕੀ ਮਤ ਤੂੰ ਲੈ ਇਆਨੇ, ਹੇ ਵੇ ਸਮਝ ਮੂਰਖ, ਗੁਰੂ ਦੀ ਮਤ ਲੈ, ਆਪਣੀ ਮਤ ਛੱਡ ਦੇ। ਕਿਉਂਕਿ ਗੁਰੂ ਦੀ ਮਤ ਅਸੀਂ ਲੈ ਕੇ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ ਹੈ। ਜਦੋਂ ਅਸੀਂ ਗੁਰੂ ਦੇ ਮਾਰਗ 'ਤੇ ਚੱਲਾਂਗੇ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਜੀਵਨ ਨੂੰ ਕਮਾਵਾਂਗੇ, ਤਾਂ ਸਾਡਾ ਗੁਰੂ ਦੇ ਚਰਨਾਂ ਨਾਲ ਪ੍ਰੇਮ ਬਣ ਜਾਵੇਗਾ। ਜਿਹਨੇ ਸਭ ਕੁਝ ਬਖਸ਼ਿਆ, ਧੰਨ ਧੰਨ ਜਿਸ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡਾ ਪ੍ਰੇਮ ਬਣ ਜਾਵੇਗਾ। ਹੁਣ ਇਹਨਾਂ 5 ਨੇ ਸਾਡੇ 5 ਗਿਆਨ ਇੰਦਰੀਆਂ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਅੱਖਾਂ ਦੇ ਉੱਪਰ ਕਾਮ ਆ ਕੇ ਹਾਵੀ ਹੋ ਗਿਆ, ਅਤੇ ਜਿਹੜਾ ਲੋਭ ਹੈ ਉਹ ਸਾਡੀ ਜੀਭਾ ਦੇ ਉੱਪਰ ਆ ਕੇ ਉਹਨੇ ਵਾਸਾ ਕਰ ਲਿਆ। ਅੱਡੋ ਅੱਡੀ ਜਿੰਨੇ ਆਪਣੇ ਇੰਦਰੀ ਹਨ, ਇਹਨਾਂ ਇੰਦਰੀਆਂ ਦੇ ਉੱਪਰ ਆ ਕੇ ਇਹਨਾਂ ਨੇ ਕਬਜ਼ਾ ਕਰ ਲਿਆ। ਅਤੇ ਕੰਨਾਂ ਦੇ ਵਿੱਚ ਮੋਹ ਆ ਗਿਆ, ਮੋਹ ਨੇ ਆ ਕੇ ਕਬਜ਼ਾ ਕਰ ਲਿਆ। ਨੱਕ ਦੇ ਉੱਪਰ ਆ ਕੇ ਹੰਕਾਰ ਨੇ ਕਬਜ਼ਾ ਕਰ ਲਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ 5 ਨੇ ਸਾਡੇ 5 ਇੰਦਰੀਆਂ ਦੇ ਉੱਪਰ ਆ ਕੇ ਕਬਜ਼ਾ ਕਰ ਲਿਆ। ਜਿਹੜੇ ਸਾਡੇ 5 ਇੰਦਰੀ ਗਿਆਨ ਇੰਦਰੀ ਹਨ, ਅੱਖਾਂ, ਕੰਨ, ਜੀਭਾ, ਨੱਕ ਅਤੇ ਤੁਚਾ, ਸਾਡੀ ਚਮੜੀ ਦੇ ਨਾਲ ਵੀ ਇੱਕ ਗਿਆਨ ਇੰਦਰਾ ਹੈ, ਸਾਨੂੰ ਇੱਥੋਂ ਵੀ ਗਿਆਨ ਪ੍ਰਾਪਤ ਹੁੰਦਾ ਹੈ। ਹੁਣ ਅੱਖਾਂ ਦੇ ਉੱਪਰ ਕਾਮ ਨੇ ਆ ਕੇ ਕਬਜ਼ਾ ਕਰ ਲਿਆ, ਅਤੇ ਜੀਭਾ ਦੇ ਉੱਪਰ ਲੋਭ ਨੇ ਆ ਕੇ ਕਬਜ਼ਾ ਕਰ ਲਿਆ। ਕੰਨਾਂ ਦੇ ਵਿੱਚ ਮੋਹ ਨੇ ਆਪਣਾ ਕਬਜ਼ਾ ਕਰ ਲਿਆ। ਕਾਮ, ਕ੍ਰੋਧ, ਲੋਭ, ਜਿਹੜਾ ਕ੍ਰੋਧ ਹੈ, ਕ੍ਰੋਧ ਚਮੜੀ ਦੇ ਉੱਪਰ ਆ ਕੇ ਕਬਜ਼ਾ ਕਰ ਲਿਆ ਨੇ। ਅਤੇ ਹੰਕਾਰ ਜਿਹੜਾ ਹੈ, ਇਹਨੇ ਨੱਕ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਜਿੱਥੋਂ ਕਿ ਕੰਨਾਂ ਦੇ ਨਾਲ ਗੁਰਬਾਣੀ ਨੂੰ ਸੁਣਨਾ ਸੀ, ਉਹਨੂੰ ਹੁਣ ਗੁਰਬਾਣੀ ਸੁਣਦਾ ਹੀ ਨਹੀਂ। ਗੁਰਬਾਣੀ ਗੁਰੂ ਦੇ ਵਚਨਾਂ ਨੂੰ ਸੁਣਦਾ ਹੀ ਨਹੀਂ, ਪਰਉਪਕਾਰ ਦੇ ਕਰਮਾਂ ਨੂੰ ਸੁਣਦਾ ਹੀ ਨਹੀਂ, ਕਿਉਂਕਿ ਕੰਨਾਂ ਵਿੱਚ ਮੋਹ ਫਸਿਆ ਹੋਇਆ ਹੈ। ਮੋਹ ਨੇ ਕਬਜ਼ਾ ਕੀਤਾ ਹੈ। ਧੀਆਂ ਪੁੱਤਰਾਂ ਦੀ, ਪਰਿਵਾਰ ਦਾ ਐਡਾ ਮੋਹ, ਉਹਨਾਂ ਦੀਆਂ ਗੱਲਾਂ ਸੁਣਦਾ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਮਨ ਵਿੱਚ ਹੰਕਾਰੀ ਹੋ ਰਿਹਾ ਹੈ। ਅਤੇ ਜਿਸ ਜੀਭਾ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਸੀ, ਉੱਥੇ ਲੋਭ ਵਸਿਆ ਹੋਇਆ ਹੈ। ਗੱਲਾਂ ਹੀ ਲੋਭ ਦੀਆਂ ਹੋ ਰਹੀਆਂ ਹਨ, ਸਕੀਮਾਂ ਹੀ ਲੋਭ ਦੀਆਂ ਲੱਗ ਰਹੀਆਂ ਹਨ, ਹਾਸਾ ਮਨਸਾ ਬਣ ਰਹੀਆਂ ਹਨ। ਕਿਵੇਂ ਕਿਸੇ ਨਾਲ ਠੱਗੀ ਮਾਰਨੀ ਆ, ਕਿਵੇਂ ਕਿਸੇ ਨਾਲ ਧੋਖਾ ਕਰਨਾ, ਬਸ ਉਹੀ ਗੱਲਾਂ, ਉਹੀ ਸਕੀਮਾਂ ਲਾਈ ਜਾ ਰਿਹਾ। ਇਸ ਤਰੀਕੇ ਦੇ ਨਾਲ ਮੈਂ ਜਿਹੜਾ ਇਹਨਾਂ ਦੇ ਉੱਪਰ ਮੈਨੂੰ ਲੋਭ ਧਨ ਪ੍ਰਾਪਤ ਹੋ ਜਾਵੇਗਾ, ਇਹੀ ਸੋਚਦਾ ਰਿਹਾ। ਸਾਡੀ ਜੀਭਾ ਦੇ ਉੱਪਰ ਲੋਭ ਨੇ ਆ ਕੇ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਜਿਹੜੇ 5 ਇੰਦਰੀ 5 ਵਿਕਾਰਾਂ ਨੇ ਮੰਨ ਲਏ। ਇੰਦਰੀ ਕਿਹਾ ਨਾ ਮਨ ਹੈ। ਹੁਣ ਜਦੋਂ ਵਿਕਾਰ ਆ ਕੇ ਸਾਡੇ ਇੰਦਰੀਆਂ ਦੇ ਉੱਪਰ ਹਾਵੀ ਹੋ ਗਏ,
ਤਾਂ ਇੰਦਰੀਆਂ ਦਾ ਜਿਹੜਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਸਰੂਪ, ਜਿਹੜੀ ਸਾਡੀ ਜਿੰਦ ਆਤਮਾ ਹੈ, ਉਹਦਾ ਕਿਹਾ ਹੋਇਆ ਇਹ ਮੰਨਦੇ ਹੀ ਨਹੀਂ। ਆਤਮਾ ਆਖਦੀ ਜੀਭਾ ਨੂੰ ਕਿ ਤੂੰ ਨਾਮ ਜਪਿਆ ਕਰ, ਅਤੇ ਜੀਭਾ ਆਖਦੀ ਹੈ ਕਿ ਮੈਂ ਤਾਂ ਲੋਭ ਵਾਲੇ ਪਾਸੇ ਜਾਣਾ ਹੈ, ਕਿਉਂਕਿ ਲੋਭ ਦਾ ਕਬਜ਼ਾ ਹੈ। ਆਤਮਾ ਦਾ ਕਿਹਾ ਹੋਇਆ, ਰੂਹ ਦਾ ਕਿਹਾ ਹੋਇਆ ਮੰਨਦੀ ਨਹੀਂ ਅਤੇ ਲੋਭ ਵੱਲ ਨੂੰ ਫਸਦੀ ਹੈ। ਲੋਭ ਵਾਲੀਆਂ ਗੱਲਾਂ, ਵਿਕਾਰਾਂ ਵਾਲੀਆਂ ਗੱਲਾਂ, ਜਿਹੜਾ ਸਾਡੀ ਆਤਮਾ ਰੂਹ ਸੰਕੇਤ ਕਰਦੀ ਹੈ ਅੱਖਾਂ ਨੂੰ, ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ, ਗੁਰੂ ਦੇ ਪਿਆਰਿਆਂ ਦੇ ਦਰਸ਼ਨ ਕਰ, ਗੁਰਬਾਣੀ ਦੇ ਦਰਸ਼ਨ ਕਰ। ਉੱਥੇ ਸੰਸਾਰ ਦੇ ਰੰਗ ਤਮਾਸ਼ੇ ਦੇਖਣ ਦੇ ਵਿੱਚ ਲੱਗੀ ਹੋਈ ਹੈ। ਫਿਰ ਇੱਕ ਦੁਖੀ ਆਤਮਾ ਜਿਹੜੀ ਇਹਨਾਂ ਪੰਜਾਂ ਤੋਂ ਦੁਖੀ ਹੋ ਗਈ, ਉਹ ਫਿਰ ਆਖਦੀ ਹੈ ਬਾਬਾ ਅਬ ਨਾ ਬਸੋ ਇਹ ਗਾਓ। ਹੁਣ ਮੈਂ ਇਸ ਗਾਓ ਦੇ ਵਿੱਚ, ਇਸ ਗਾਵ ਦੇ ਇਸ ਪਿੰਡ ਦੇ ਵਿੱਚ ਨਹੀਂ ਵਸਣਾ, ਸਰੀਰ ਦੇ ਵਿੱਚ ਨਹੀਂ ਵਸਣਾ, ਕਿਉਂਕਿ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੋ ਨਾਓ। ਜਿਹੜਾ ਚਿੱਤਰਗੁਪਤ ਹੈ ਉਹ ਤਾਂ ਘੜੀ ਘੜੀ ਦਾ ਲੇਖਾ ਲਿਖ ਰਿਹਾ ਹੈ, ਛੋਟਾ ਛੋਟਾ ਲੇਖਾ ਲਿਖ ਰਿਹਾ ਹੈ। ਚਿੱਤਰਗੁਪਤ ਜੋ ਵਾਹਿਗੁਰੂ ਪਰਮੇਸ਼ਰ ਨੇ ਚਿੱਤਰਗੁਪਤ ਸਾਡੇ ਨਾਲ ਭੇਜੀ ਹਨ, ਉਹ ਚਿੱਤਰਗੁਪਤ ਘੜੀ ਘੜੀ ਦਾ ਲੇਖਾ, ਥੋੜ੍ਹੇ ਥੋੜ੍ਹੇ ਸਮੇਂ ਦਾ ਲੇਖਾ ਲਿਖ ਰਹੇ ਹਨ। ਉਹ ਦੁਖੀ ਆਤਮਾ ਆਖਦੀ ਹੈ ਕਿ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੋ ਨਾਓ। ਮੈਂ ਉਸ ਪਰਮਾਤਮਾ ਦਾ ਨਾਮ ਹੀ ਨਹੀਂ ਜਪਣ ਦਿੰਦੇ ਪੰਜ ਵਿਕਾਰ, ਅਤੇ ਮੈਂ ਹੁਣ ਇਸ ਨਗਰ ਦੇ ਵਿੱਚ ਨਹੀਂ ਰਹਿਣਾ, ਕਿਉਂਕਿ ਚਿੱਤਰਗੁਪਤਾਂ ਥੋੜ੍ਹੇ ਥੋੜ੍ਹੇ ਸਮੇਂ ਦਾ ਲੇਖਾ ਮੰਗਦੇ ਹਨ। ਧਰਮਰਾਜ ਜਬ ਲੇਖਾ ਮੰਗੈ ਬਾਕੀ ਨਿਕਸੈ ਭਾਰੀ। ਜਦੋਂ ਧਰਮਰਾਜ ਨੇ ਲੇਖਾ ਮੰਗਿਆ, ਫਿਰ ਬਹੁਤ ਭਾਰੀ ਲੇਖਾ ਜੋਖਾ ਨਿਕਲੇਗਾ। ਫਿਰ ਜਦੋਂ ਬਹੁਤ ਸਾਰਾ ਲੇਖਾ ਜੋਖਾ ਨਿਕਲਿਆ, ਫਿਰ ਸਾਨੂੰ ਉਹਦਾ ਫਲ ਭੁਗਤਣਾ ਪਵੇਗਾ। ਇਸ ਕਰਕੇ ਦੁਖੀ ਆਤਮਾ ਆਖਦੀ ਮੈਂ ਹੁਣ ਸਰੀਰ ਦੇ ਵਿੱਚ ਨਹੀਂ ਵਸਣਾ, ਮੈਂ ਹੁਣ ਗੁਰੂ ਦੇ ਚਰਨਾਂ ਨਾਲ ਜੁੜਾਂ। ਪੰਜ ਕਿਰਸਾਨਵਾ ਭਾਗ ਗਏ ਲੈ ਬਾਧਿਓ ਜੀ ਦਰਬਾਰੀ। ਅਤੇ ਜਿਹੜੇ ਪੰਜ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸਾਰਾ ਜੀਵਨ ਸਾਡਾ ਅਗਵਾਹੀ ਕਰਕੇ ਚਲਾਉਂਦੇ ਰਹੇ। ਜਦੋਂ ਹੁਣ ਅੰਤਮ ਸਮਾਂ ਬਣਿਆ, ਇਹ ਸਰੀਰ ਜਿਹੜਾ ਸੀ ਹਰੀ ਹਰ ਹੋ ਗਿਆ, ਤਾਂ ਜਿਹੜੇ ਪੰਜ ਵਿਕਾਰ ਸੀ ਉਹ ਭੱਜ ਗਏ। ਪੰਜ ਕਿਰਸਾਨ ਜਿਹੜੇ ਵੱਸਦੇ ਸੀ ਨਗਰ ਦੇ ਵਿੱਚ, ਇਸ ਸਰੀਰ ਦੇ ਵਿੱਚ, ਉਹ ਪੰਜ ਕਿਰਸਾਨ, ਪੰਜ ਵਿਕਾਰ ਭੱਜ ਗਏ। ਅਤੇ ਜਿਹੜਾ ਜੀਵ ਸੀ, ਜੀਵ ਆਤਮਾ ਸੀ, ਜਿਹਦਾ ਕਿਹਾ ਨਹੀਂ ਸੀ ਮੰਨਦੇ ਇਹ, ਉਹ ਹੁਣ ਦਰਬਾਰੀ ਉਹਨਾਂ ਦੂਤਾਂ ਨੇ ਬੰਨ੍ਹ ਲਈ। ਬੰਨ੍ਹ ਕੇ ਉਸ ਰੂਹ ਨੂੰ ਅੱਗੇ ਲਾ ਲਿਆ ਕਿ ਚੱਲ, ਤੈਨੂੰ ਸੰਸਾਰ ਦੇ ਵਿੱਚ ਮਨੁੱਖਾ ਜਨਮ ਮਿਲਿਆ ਸੀ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣ ਵਾਸਤੇ, ਅਤੇ ਤੂੰ ਸੰਸਾਰ ਦੇ ਵਿੱਚ ਜਾ ਕੇ ਇਹਨਾਂ ਪੰਜਾਂ ਵਿਕਾਰਾਂ ਦੇ ਆਖੇ ਲੱਗ ਲੱਗ ਕੇ ਜਿਹੜਾ ਜੀਵਨ ਸੀ ਉਹ ਅਜਾਈਂ ਗਵਾ ਦਿੱਤਾ। ਹਾਂ, ਅਤੇ ਭਗਤ ਕਬੀਰ ਜੀ ਵਚਨ ਕਰਦੇ ਹਨ, ਕਹੈ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ। ਹੇ ਸਤਿਗੁਰੂ, ਕਿਰਪਾ ਕਰੋ ਸਾਡੇ 'ਤੇ, ਹੁਣ ਇਸ ਜੀਵਨ ਦੇ ਵਿੱਚ ਹੀ ਸਾਡਾ ਨਵੇੜਾ ਕਰ ਦੇਵੋ। ਹੋਰ ਜੀਵਨਾਂ ਦੇ ਵਿੱਚ ਨਾ ਸਾਨੂੰ ਭਟਕਣਾ ਪਵੇ, ਹੋਰ ਜਨਮਾਂ ਦੇ ਵਿੱਚ ਨਾ ਜਾਣਾ ਪਵੇ। ਅਬ ਕੀ ਵਾਰ ਬਖਸ਼ ਬੰਦੇ ਕੋ ਬਹੁੜ ਨਾ ਭਵ ਜਲ ਫੇਰਾ। ਹੇ ਸਤਿਗੁਰੂ ਜੀ, ਹੁਣ ਇਸੇ ਜੀਵਨ ਦੇ ਵਿੱਚ ਸਾਡਾ ਨਵੇੜਾ ਕਰ ਦਿਓ, ਸਾਨੂੰ ਬਹੁੜ ਫਿਰ ਦੁਆਰੇ ਹੋਰ ਜਨਮਾਂ ਦੇ ਵਿੱਚ ਨਾ ਜਾਣਾ ਪਵੇ। ਜਦੋਂ ਐਸੀ ਦੁਖੀ ਆਤਮਾ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ, ਜਦੋਂ ਆਤਮਾ ਦੁਖੀ ਹੋ ਗਈ, ਫਿਰ ਉਹ ਆਖਦੀ ਹੁਣ ਮੈਂ ਸਰੀਰ ਰੂਪੀ ਘਰ ਦੇ ਵਿੱਚ ਬਾਰ-ਬਾਰ ਨਹੀਂ ਆਉਣਾ, ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਹੈ। ਉਸ ਆਤਮਾ, ਦੁਖੀ ਆਤਮਾ ਨੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕੀਤਾ ਹੈ। ਜਦੋਂ ਇਹ ਸੋਝੀ ਆ ਗਈ, ਉਦੋਂ ਪਤਾ ਲੱਗਾ, ਪਰ ਅਸੀਂ ਬੇਪਰਵਾਹ ਹੋਏ, ਗੁਰੂ ਦੇ ਚਰਨਾਂ ਨਾਲ ਨਹੀਂ ਜੁੜਦੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਗੁਰੂ ਨੂੰ ਸੌਂਪਿਆ ਹੀ ਨਹੀਂ।
ਅਸੀਂ ਤਾਂ ਸਰੀਰ ਨੂੰ ਆਪਣਾ ਬਣਾਈ ਫਿਰਦੇ ਹਾਂ। ਇਹ ਸਰੀਰ ਮੇਰਾ, ਇਹ ਹੱਥ ਪੈਰ ਤਨ ਸਭ ਮੇਰਾ ਹੈ। ਅਸੀਂ ਆਪਣਾ ਇਹਦੇ ਉੱਪਰ ਹੱਕ ਜਤਾਈ ਫਿਰਦੇ ਹਾਂ। ਪਰ ਸਤਿਗੁਰੂ ਜੀ ਆਖਦੇ ਯਾਦ ਕਰ ਵਾਹਿਗੁਰੂ ਪਰਮੇਸ਼ਰ ਨੂੰ, ਜਿਹਨੇ ਸੁੰਦਰ ਸਰੀਰ ਤੇਰਾ ਰਚਿਆ ਹੈ। ਉਹਨੂੰ ਯਾਦ ਕਰਿਆ ਕਰ, ਉਹਦੇ ਨਾਲ ਪ੍ਰੇਮ ਪਾ। ਧੰਨ ਜਿਸ ਵਾਹਿਗੁਰੂ ਪਰਮੇਸ਼ਰ ਨੇ ਸੁੱਖ ਸਹੂਲਤਾਂ ਤੈਨੂੰ ਦਿੱਤੀਆਂ, ਬਚਪਨ ਤੋਂ ਲੈ ਕੇ ਜਿੰਨਾ ਜੀਵਨ ਤੂੰ ਬਤੀਤ ਕੀਤਾ, ਸੁੱਖਾਂ ਦੇ ਨਾਲ ਬਤੀਤ ਕੀਤਾ। ਅਸੀਂ ਸੁੱਖਾਂ ਦੇ ਵਿੱਚ ਰਹਿੰਦਿਆਂ ਹੋਇਆਂ ਦੁਖੀ ਹਾਂ। ਜਿਨ੍ਹਾਂ 'ਤੇ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਨਹੀਂ ਕੀਤੀ, ਜਿਹੜੇ ਕਰਮਾਂ ਦੀ ਮਾਰ ਥੱਲੇ ਹਨ, ਉਹ ਤਾਂ ਦੁਖੀ ਹੋਣ, ਉਹ ਤਾਂ ਵਾਹਿਗੁਰੂ ਪਰਮੇਸ਼ਰ ਨੂੰ ਉਲਾਂਭੇ ਦੇਣ। ਅਤੇ ਜਿਨ੍ਹਾਂ 'ਤੇ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਹੋਈਆਂ ਹਨ, ਅਤੇ ਉਹ ਵੀ ਦੁਖੀ ਹਨ। ਸਤਿਗੁਰੂ ਜੀ ਬਚਨ ਕਰਦੇ ਹਨ, ਜਿਹੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੈਨੂੰ ਬਾਗ ਬਗੀਚੇ ਰਹਿਣ ਵਾਸਤੇ ਸੁੰਦਰ ਜਗ੍ਹਾ ਮਿਲੀਆਂ ਹਨ, ਮਿਲਖ ਤੈਨੂੰ ਸਰਦਾਰੀਆਂ ਮਿਲੀਆਂ, ਧਨ ਦੌਲਤ ਮਿਲੀ ਹੈ। ਬਾਗ ਮਿਲਖ ਧਨਾ, ਧਨ ਤੈਨੂੰ ਮਿਲਿਆ, ਤੂੰ ਆਪਦੀ ਮਰਜ਼ੀ ਦੇ ਨਾਲ ਵਰਤ ਰਿਹਾ। ਜੇ ਤੇਰੇ 'ਤੇ ਕਿੰਨੀਆਂ ਰਹਿਮਤਾਂ ਵਰਸਾਈਆਂ। ਰਾਖ ਪਰੋਏ ਪ੍ਰਭ ਆਪਣੇ ਮਨਾ, ਉਸ ਵਾਹਿਗੁਰੂ ਪਰਮੇਸ਼ਰ ਨੂੰ ਪਰੋ ਕੇ, ਜਿਸ ਤਰ੍ਹਾਂ ਅਸੀਂ ਮਾਲਾ ਇੱਕ ਧਾਗੇ ਦੇ ਵਿੱਚ ਫੁੱਲ ਪਰੋ ਕੇ ਉਹਦੀ ਮਾਲਾ ਬਣਾ ਲੈਂਦੇ ਹਾਂ, ਅਤੇ ਜਦੋਂ ਮਾਲਾ ਦੇ ਵਿੱਚ ਫੁੱਲ ਪਰੋਏ ਜਾਣ ਤਾਂ ਜਿਹੜੇ ਫੁੱਲ ਹਨ ਉਹ ਅੱਡ ਅੱਡ ਨਹੀਂ ਹੋ ਸਕਦੇ, ਇੱਕ ਥਾਂ ਇਕੱਠੇ ਰਹਿੰਦੇ ਹਨ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ, ਉਹਨੂੰ ਤੂੰ ਪਰੋ ਕੇ ਫੁੱਲਾਂ ਦੀ ਤਰ੍ਹਾਂ ਹਿਰਦੇ ਵਿੱਚ ਵਸਾਉਣਾ ਕਰ। ਜਦੋਂ ਤੂੰ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾ ਲਵੇਂਗਾ, ਜਿਹੜੇ ਵਿਕਾਰ ਔਗਣ ਹਨ ਉਹ ਸਾਰੇ ਦੂਰ ਹੋ ਜਾਂਦੇ ਹਨ। ਸਤਿਗੁਰਾਂ ਨੇ ਕੱਲ੍ਹ ਬਚਨ ਸਾਨੂੰ ਸਰਵਣ ਕਰਵਾਇਆ ਸੀ ਕਿ ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਉਹ ਵਾਹਿਗੁਰੂ ਪਰਮੇਸ਼ਰ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ। ਵੱਡੇ ਵੱਡੇ ਪਾਪੀ ਨਾਮ ਬਾਣੀ ਦਾ ਸਿਮਰਨ ਕਰਕੇ ਸੰਸਾਰ ਤੋਂ, ਭਵਜਲ ਤੋਂ ਪਾਰ ਹੋ ਗਏ। ਕਿਉਂ ਹੋ ਗਏ? ਕਿਉਂਕਿ ਉਹਨਾਂ ਨੇ ਨਾਮ ਦਾ ਸਿਮਰਨ ਕੀਤਾ। ਜਿਵੇਂ ਜਿਵੇਂ ਨਾਮ ਹਿਰਦੇ ਵਿੱਚ ਵਸਦਾ ਗਿਆ ਅਤੇ ਜਿਹੜਾ ਔਗਣ ਸਨ ਉਵੇਂ ਉਵੇਂ ਬਾਹਰ ਆਉਂਦੇ ਗਏ। ਜੀਵਨ ਜਿਹੜਾ ਸੀ ਸ਼ੁੱਧ ਹੋ ਗਿਆ। ਹੁਣ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਾਲਾ ਬਣਾ ਕੇ ਆਪਣੇ ਮਨ ਦੇ ਵਿੱਚ ਪਰੋ ਕੇ ਰੱਖ। ਜਿਸ ਵਾਹਿਗੁਰੂ ਨੇ ਤੇਰੇ 'ਤੇ ਰਹਿਮਤਾਂ ਵਰਸਾਈਆਂ, ਜੇ ਪ੍ਰਸਾਦ ਬਾਗ ਮਿਲਖ ਧਨਾ, ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਪਰੋ ਕੇ ਰੱਖ। ਤਨ ਧਨ ਜਿਹੇ ਤੋ ਕੋ ਦਿਓ। ਤੈਨੂੰ ਜਿਸ ਵਾਹਿਗੁਰੂ ਪਰਮੇਸ਼ਰ ਨੇ ਸੁੰਦਰ ਸਰੀਰ ਦਿੱਤਾ, ਸੁੱਖ ਸਹੂਲਤਾਂ ਦਿੱਤੀਆਂ, ਮਹਿਲ ਮਾੜੀਆਂ ਦਿੱਤੀਆਂ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੂੰ ਨਿਹੋ ਪ੍ਰੇਮ ਕਰਦਾ ਹੀ ਨਹੀਂ। ਕਹੋ ਨਾਨਕ ਨਰ ਬਾਬਰੇ, ਅਬ ਕਿਉਂ ਡੋਲਤ ਦੀਨ। ਕਹੋ ਨਾਨਕ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ ਹਨ, ਨਰ ਬਾਬਰੇ, ਹੇ ਮਨੁੱਖ, ਬਾਬਰਾ ਕਮਲਾ ਝੱਲਾ, ਹੇ ਕਮਲੇ, ਹੇ ਝੱਲੇ ਮਨੁੱਖ, ਅਬ ਕਿਉਂ ਡੋਲਤ ਦੀਨ। ਹੁਣ ਕਿਉਂ ਡਾਵਾਂ ਡੋਲ ਹੋਇਆ ਫਿਰਦਾ? ਹੁਣ ਡਾਵਾਂ ਡੋਲ ਹੋਇਆ ਫਿਰਦਾ ਹੈ। ਹੁਣ ਤੂੰ ਆਪਣਾ ਦੀਨ ਧਰਮ ਗਵਾ ਲਿਆ, ਆਪਣਾ ਧਰਮ ਛੱਡ ਦਿੱਤਾ। ਤੂੰ ਆਪਣੇ ਧਰਮ ਤੋਂ ਮੁਨਕਰ ਹੋ ਗਿਆ, ਆਪਣੇ ਧਰਮ ਦੇ ਵਿੱਚ ਜੀਵਨ ਬਤੀਤ ਨਹੀਂ ਕਰਦਾ। ਜਿਸ ਤਰ੍ਹਾਂ ਸਾਡੇ ਵਿੱਚ ਸਾਬਕਾ ਸਿੱਖ ਬਣ ਜਾਂਦੇ ਹਨ, ਜਿਵੇਂ ਸਾਬਕਾ ਫੌਜੀ ਆਉਂਦੇ ਹਨ, ਉਹ ਪੈਨਸ਼ਨ ਲੈ ਕੇ ਆਉਂਦੇ ਹਨ, ਅਤੇ ਸਾਡੇ ਜਿਹੜੇ ਸਿੱਖ ਹਨ ਉਹ ਅੰਮ੍ਰਿਤ ਛਕ ਕੇ ਜਦੋਂ ਰਹਿਤ ਮਰਜ਼ਾਦਾ ਛੱਡ ਦਿੰਦੇ ਹਨ ਤਾਂ ਸਾਬਕਾ ਸਿੱਖ ਬਣ ਜਾਂਦੇ ਹਨ। ਜਿਹੜੇ ਸਾਬਕਾ ਸਿੱਖ ਬਣ ਜਾਂਦੇ ਹਨ ਉਹ ਆਪਣਾ ਧਰਮ ਗਵਾ ਬੈਠਦੇ ਹਨ, ਪਤਿਤ ਹੋ ਜਾਂਦੇ ਹਨ। ਸਤਿਗੁਰੂ ਜੀ ਆਖਦੇ ਹਨ, ਦੇਖ ਭਾਈ, ਤੈਨੂੰ ਸੁੰਦਰ ਤਨ ਧਨ ਦਿੱਤਾ,
ਉਸ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲ, ਉਹਦੀ ਯਾਦ ਨੂੰ ਸੰਭਾਲ। ਕਿਉਂ ਕਮਲਾ ਹੋਇਆ ਫਿਰਦਾ, ਆਪਣਾ ਦੀਨ ਗਵਾ ਦਿੱਤਾ, ਧਰਮ ਗਵਾ ਦਿੱਤਾ। ਭਗਤ ਕਬੀਰ ਜੀ ਵਚਨ ਕਰਦੇ ਹਨ ਕਿ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਇਸ ਦੁਨੀਆ ਦੀ ਫੋਕੀ ਸ਼ੋਹਰਤ ਪ੍ਰਾਪਤ ਕਰਨ ਵਾਸਤੇ, ਇਸ ਦੁਨੀਆ ਦੀ ਪ੍ਰਭਤਾ ਪ੍ਰਾਪਤ ਕਰਨ ਵਾਸਤੇ, ਇਸ ਸੰਸਾਰ ਦੀ ਵਡਿਆਈ ਪ੍ਰਾਪਤ ਕਰਨ ਵਾਸਤੇ ਦੀਨ ਗਵਾਇਆ, ਧਰਮ ਗਵਾ ਦਿੱਤਾ। ਧਰਮੀ ਬਣਿਆ ਹੀ ਨਹੀਂ। ਜਦੋਂ ਤੋਂ ਬਚਪਨ ਦੇ ਵਿੱਚ ਆਇਆ, ਸੁਰਤ ਸੰਭਾਲੀ, ਉਦੋਂ ਤੋਂ ਆਵਾਜ਼ ਸੁਣ ਰਿਹਾ ਹੈ। ਸਤਿਗੁਰੂ ਜੀ ਆਵਾਜ਼ਾਂ ਮਾਰ ਰਹੇ ਹਨ ਕਿ ਆਓ ਭਾਈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਉਦੋਂ ਦੀਆਂ ਆਵਾਜ਼ਾਂ ਪੈਂਦੀਆਂ ਹਨ। ਗੁਰਮੁਖ ਆਵਾਜ਼ਾਂ ਦਿੰਦੇ ਹਨ ਕਿ ਭਾਈ ਗੁਰੂ ਵਾਲੇ ਬਣੋ, ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ। ਪਰ ਸਾਰਾ ਜੀਵਨ ਲੰਘ ਗਿਆ, 70-80 ਸਾਲ ਜੀਵਨ ਦੇ ਬਰਬਾਦ ਕਰਕੇ ਇਸ ਸੰਸਾਰ ਤੋਂ ਤੁਰ ਗਿਆ। ਚੇਤਾ ਹੀ ਨਹੀਂ ਕਿ ਗੁਰੂ ਵਾਲਾ ਬਣਨਾ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਬਣਿਆ ਹੀ ਨਹੀਂ। ਹੁਣ ਸਤਿਗੁਰੂ ਜੀ ਆਖਦੇ ਆ, ਨਰ ਬਾਬਰੇ ਅਬ ਕਿਉਂ ਡੋਲਤ ਦੀਨ, ਕਿਉਂ ਡੋਲਦਾ ਫਿਰਦਾ ਇਹ ਦੁਨੀਆ ਦੀ ਖਾਤਰ। ਦੀਨ ਗਵਾਇਆ ਕਬੀਰ, ਦੁਨੀਆ ਕਾਰਨ ਦੀਨ ਗਵਾਇਆ। ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਇਸ ਗਾਫਲ ਬੇਫਿਕਰ, ਜਿਹਨੂੰ ਕੋਈ ਫਿਕਰ ਹੀ ਨਾ ਹੋਵੇ, ਬੇਪਰਵਾਹ ਹੋਇਆ ਫਿਰਦਾ ਹੈ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਜਿਹੜੇ ਬੇਪਰਵਾਹ ਹਨ ਉਹਨਾਂ ਗਾਫਲਾਂ ਨੇ ਆਪਣੇ ਪੈਰ 'ਤੇ ਆਪ ਕੁਹਾੜਾ ਮਾਰ ਕੇ ਆਪਣਾ ਪੈਰ ਕੱਟ ਲਿਆ। ਭਾਵ ਕਿ ਇਸ ਸੰਸਾਰ ਦੇ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ। ਜਿੰਨਾ ਚਿਰ ਅਸੀਂ ਗੁਰੂ ਦੇ ਸ਼ਰਨ ਵਿੱਚ ਨਹੀਂ ਆਉਂਦੇ, ਜਨਮ ਜਿਹੜਾ ਹੈ ਸਫਲਾ ਨਹੀਂ ਹੋਣਾ। ਸਤਿਗੁਰੂ ਜੀ ਜਨਮ ਅਕਾਰਥ ਕੀਨ, ਤੂੰ ਆਪਣਾ ਜਨਮ ਬੇਅਰਥ ਗਵਾ ਲਿਆ, ਤੂੰ ਆਪਣਾ ਜਨਮ ਬੇਅਰਥ ਗਵਾ ਲਿਆ ਸੰਸਾਰ ਦੇ ਵਿੱਚ ਆ ਕੇ। ਤੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ, ਕਮਲਿਆ ਮਨੁੱਖਾ ਕਿਉਂ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ। ਸਤਿਗੁਰੂ ਜੀ ਗੁਰਬਾਣੀ ਅੰਦਰ ਵਚਨ ਕਰਦੇ ਹਨ, ਦੀਨ ਵਸਾਰਿਓ ਰੇ ਦੀਵਾਨੇ, ਦੀਨ ਵਸਾਰਿਓ ਰੇ। ਹੇ ਦੀਵਾਨੇ, ਹੇ ਮੂਰਖ, ਤੂੰ ਆਪਣਾ ਦੀਨ ਧਰਮ ਗਵਾ ਲਿਆ, ਤੂੰ ਆਪਣਾ ਧਰਮ ਗਵਾ ਲਿਆ। ਅਤੇ ਧਰਮ ਗਵਾ ਕੇ ਜੀਵਨ ਕਿਹੋ ਜਿਹਾ ਬਤੀਤ ਕੀਤਾ ਕਿ ਪੇਟ ਭਰਿਓ ਪਸ਼ੂਆਂ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ ਰੇ। ਜਿਸ ਤਰ੍ਹਾਂ ਪਸ਼ੂ ਦਾ ਜੀਵਨ ਹੈ, ਪਸ਼ੂ ਦਾ ਕੀ ਜੀਵਨ ਹੈ, ਖਾ ਲਿਆ, ਬੈਠ ਗਏ, ਸੌਂ ਗਏ, ਅਤੇ ਬੈਠਣ ਤੋਂ ਬਾਅਦ ਫਿਰ ਉੱਠ ਕੇ ਖਾਣ ਲੱਗ ਪਏ। ਇਹੋ ਜਿਹਾ ਸਾਡਾ ਜੀਵਨ ਹੈ। ਬਸ ਜੀਵਨ ਦੇ ਵਿੱਚ ਖਾ ਲਿਆ, ਪੀ ਲਿਆ, ਸੌਂ ਲਏ, ਇਸੇ ਤਰ੍ਹਾਂ ਹੀ ਬਤੀਤ ਕਰ ਦਿੱਤਾ। ਦੀਨ ਵਿਸਾਰਿਓ ਰੇ, ਉਹ ਆਪਣਾ ਧਰਮ ਵਿਸਾਰ ਦਿੱਤਾ, ਛੱਡ ਦਿੱਤਾ। ਉਸ ਪਰਮਾਤਮਾ ਵਾਹਿਗੁਰੂ ਦੀ ਯਾਦ ਕਦੀ ਆਈ ਨਹੀਂ। ਖਾਣ ਪੀਣ ਦੇ ਵਿੱਚ ਅਤੇ ਸੁੱਖ ਆਰਾਮ ਦੇ ਵਿੱਚ ਹੀ ਜਿਹੜਾ ਜੀਵਨ ਸੀਗਾ ਉਹ ਲੰਘਾ ਦਿੱਤਾ। ਅਤੇ ਸਤਿਗੁਰੂ ਜੀ ਆਖਦੇ ਨੇ, ਮਨੁੱਖ ਜਨਮ ਹੈ ਹਾਰਿਓ ਰੇ। ਹੇ ਭਾਈ, ਤੂੰ ਮਨੁੱਖਾ ਜਨਮ ਹਾਰ ਦਿੱਤਾ। ਜਨਮ ਅਕਾਰਥ ਕੀਨ, ਤੂੰ ਆਪਣਾ ਜਨਮ ਬੇਅਰਥ ਗਵਾ ਲਿਆ। ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦਾ ਝੂਠ। ਸਾਧ ਸੰਗਤ ਕਦੇ ਕੀਤੀਓ ਹੀ ਨਹੀਂ, ਸਾਧ ਸੰਗਤ ਦੇ ਵਿੱਚ ਆਇਆ ਹੀ ਨਹੀਂ। ਰਚਿਓ ਧੰਦੇ ਝੂਠ, ਝੂਠੇ ਧੰਦਿਆਂ ਦੇ ਵਿੱਚ ਰਚਿਆ ਮਿਚਿਆ ਫਿਰਦਾ। ਜਿਹੜਾ ਤੇਰਾ ਅਸਲੀ ਟਿਕਾਣਾ ਸੀ, ਉਸ ਟਿਕਾਣੇ ਦੇ ਵਿੱਚ ਵੀ ਨਹੀਂ ਤੂੰ ਆਇਆ। ਸਤਿਗੁਰੂ ਜੀ ਸਾਡੇ 'ਤੇ ਬਖਸ਼ਿਸ਼ਾਂ ਕਰਦੇ ਹਨ। ਸਤਿਗੁਰਾਂ ਨੇ ਸਾਨੂੰ ਕਿਰਤੀ ਜੀਵਨ ਬਖਸ਼ਿਆ। ਸਤਿਗੁਰਾਂ ਨੇ ਉਪਦੇਸ਼ ਹੀ ਦਿੱਤਾ ਹੈ ਕਿ ਭਾਈ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਤਿਗੁਰਾਂ ਨੇ ਸਾਨੂੰ ਮੰਗ ਖਾਣੀ ਜਾਤ ਨਹੀਂ ਬਣਾਇਆ ਕਿ ਮੰਗ ਕੇ ਖਾਣਾ। ਸਤਿਗੁਰੂ ਜੀ ਆਖਦੇ ਕਿਰਤ ਕਰ ਦਸਾਂ ਨਹੁੰਆਂ ਦੀ, ਉਹਦੇ ਵਿੱਚੋਂ ਦਸਵੰਧ ਗੁਰੂ ਦੇ ਦਰ 'ਤੇ ਦੇ। ਜਿਹੜਾ ਦਸਵੰਧ ਹੈ ਉਹ ਗੁਰੂ ਨੂੰ ਦੇ, ਕਿਰਤ ਕਰ।
ਇਸ ਕਰਕੇ ਅਸੀਂ ਕਿਰਤ ਕਰਦਿਆਂ ਹੋਇਆਂ ਸਤਿਗੁਰਾਂ ਨੇ ਸਾਨੂੰ ਜੀਵਨ ਐਸਾ ਬਖਸ਼ਿਆ ਕਿ 2 ਸਮੇਂ, ਸਵੇਰੇ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਸੰਧਿਆ ਸਮੇਂ ਅਸੀਂ ਵਿਹਲੇ ਹੁੰਦੇ ਹਾਂ। ਸਵੇਰੇ ਵੀ ਰਾਤ ਨੂੰ ਸੌਂ ਕੇ ਸਵੇਰੇ ਉੱਠੇ ਅਤੇ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚੀਏ, ਸੰਗਤ ਵਿੱਚ ਆਈਏ। ਸਾਰਾ ਦਿਨ ਅਸੀਂ ਧੰਦਿਆਂ ਦੇ ਵਿੱਚ ਗ੍ਰਸੇ ਰਹਿੰਦੇ ਹਾਂ। ਸਾਰਾ ਦਿਨ ਧੰਦੇ ਕਰਕੇ ਸ਼ਾਮ ਨੂੰ ਫਿਰ ਵਿਹਲੇ ਹੋਏ, ਫਿਰ ਗੁਰੂ ਦੇ ਚਰਨਾਂ ਦੇ ਵਿੱਚ ਆਈਏ, ਗੁਰੂ ਦੇ ਚਰਨਾਂ ਨਾਲ ਜੁੜੀਏ। ਸਤਿਗੁਰਾਂ ਨੇ ਸਾਨੂੰ ਕਿੰਨਾ ਵਧੀਆ ਜੀਵਨ ਦਿੱਤਾ ਵੀ ਕਿਰਤ ਵੀ ਕਰੋ ਅਤੇ ਨਾਲ ਦੀ ਨਾਲ ਨਾਮ ਵੀ ਜਪੋ, ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਵੀ ਜੁੜੋ। ਸਤਿਗੁਰਾਂ ਨੇ ਐਸਾ ਸਾਨੂੰ ਜੀਵਨ ਬਖਸ਼ਿਆ ਹੈ। ਅਸੀਂ ਕਿਰਤ ਕਰਦਿਆਂ ਹੋਇਆਂ ਸਤ ਸੰਗਤ ਦੇ ਵਿੱਚ ਆਉਣਾ ਹੈ, ਸਤ ਸੰਗਤ ਕਰਨੀ ਹੈ। ਸਤ ਸੰਗਤ ਕਿਉਂ ਕਰਨੀ ਹੈ? ਕਿਉਂਕਿ ਸਤ ਸੰਗਤ ਦੇ ਵਿੱਚੋਂ ਸਾਨੂੰ ਨਾਮ ਬਾਣੀ ਦਾ ਉਪਦੇਸ਼ ਮਿਲੇਗਾ। ਸਤਿਗੁਰੂ ਜੀ ਆਖਦੇ ਨੇ, ਭਾਈ ਸਾਰੀ ਉਮਰ ਭਟਕਦਿਆਂ ਨਹੀਂ ਲੰਘੀ। ਕਿਸ ਤਰ੍ਹਾਂ ਭਟਕਦੇ ਫਿਰਦੇ ਹਾਂ? ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚੱਲਿਓ ਊਠ। ਜਿਵੇਂ ਸਵਾਨ ਕੁੱਤਾ ਕਿਤੇ ਟੇਕੇ ਨਹੀਂ ਬਹਿੰਦਾ, ਸੂਰ ਟੇਕੇ ਨਹੀਂ ਬਹਿੰਦਾ, ਜੇ ਬੈਠੇਗਾ ਉੱਥੇ ਜਾ ਕੇ ਬੈਠੇਗਾ ਜਿੱਥੇ ਸਾਰੇ ਪਿੰਡ ਦਾ ਗੰਦ। ਫਿਰ ਵਾਇਸ ਕਾਂ ਵੀ ਕਿਤੇ ਬਨੇਰੇ 'ਤੇ ਟੇਕੇ ਨਹੀਂ ਬਹਿੰਦਾ। ਇਸੇ ਤਰ੍ਹਾਂ ਹੀ ਇਹਨਾਂ ਵਿਕਾਰਾਂ ਦੇ ਵੱਸ ਪਿਆ ਹੋਇਆ ਮਨੁੱਖ, ਧਰਮ ਤੋਂ ਹੀਣਾ ਮਨੁੱਖ ਜਿਹੜਾ ਹੈ, ਉਹ ਇੱਕ ਥਾਂ ਟੇਕੇ ਨਹੀਂ ਬਹਿੰਦਾ, ਇੱਕ ਦਾ ਨਹੀਂ ਬਣਦਾ, ਇੱਕ ਗੁਰੂ ਦਾ ਨਹੀਂ ਬਣਦਾ, ਥਾਂ ਥਾਂ 'ਤੇ ਭਟਕਦਾ ਫਿਰਦਾ ਹੈ। ਅਤੇ ਇਹਦੇ ਅੰਦਰ ਇੱਕ ਹੋਰ ਵੱਡਾ ਔਗਣ ਹੈ ਕਿ ਆਪਸ ਕੋ ਦੀਰਘ ਕਰ ਮਨ ਜਾਣੈ ਔਰਨ ਕੋ ਲਗਮਾਤ। ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ। ਮੇਰੇ ਵਰਗਾ ਅਕਲਵਾਨ ਕੌਣ ਹੋ ਸਕਦਾ ਹੈ? ਮੇਰੇ ਵਰਗਾ ਬੁੱਧੀਵਾਨ ਕੌਣ ਹੋ ਸਕਦਾ? ਮੇਰੇ ਵਰਗਾ ਸਿਆਣਾ ਕੌਣ ਹੋ ਸਕਦਾ? ਮੇਰੇ ਵਰਗਾ ਕਮਾਈ ਕਰਨ ਵਾਲਾ ਹੋਰ ਕੌਣ ਹੋ ਸਕਦਾ ਹੈ? ਅਤੇ ਜਿਹੜੇ ਦੂਸਰੇ ਔਰਨ ਕੋ ਲਗਮਾਤ, ਦੂਸਰਿਆਂ ਨੂੰ ਛੋਟੇ ਜਾਣਦਾ ਹੈ। ਇਹਨੂੰ ਕੀ ਅਕਲ ਹੈ? ਇਹਨੂੰ ਕੀ ਪਤਾ ਹੈ? ਇਹਨੂੰ ਤਾਂ ਕੰਮ ਹੀ ਨਹੀਂ ਕਰਨਾ ਆਉਂਦਾ। ਐਸੇ ਔਗਣ ਬਣ ਜਾਂਦੇ ਇਹਦੇ ਅੰਦਰ, ਕਿਉਂਕਿ ਦੀਨ ਤੋਂ ਹੀਣਾ ਹੋ ਗਿਆ। ਦੀਨ ਵਸਾਰਿਓ ਰੇ, ਦੀਨ ਵਸਾਰਿਓ। ਇਹਨੇ ਦੀਨ ਆਪਣਾ ਧਰਮ ਵਸਾਰ ਦਿੱਤਾ, ਧਰਮੀ ਬਣਿਆ ਹੀ ਨਹੀਂ। ਜਦੋਂ ਗੁਰੂ ਦੇ ਦਰ 'ਤੇ ਆਵੇਗਾ ਫਿਰ ਇਹਨੂੰ ਸੋਝੀ ਪਵੇਗੀ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਕਿ ਮੈਂ ਚੰਗਾ ਹੀ ਨਹੀਂ। ਆਪਣੇ ਔਗਣ ਦਿਖਾਈ ਦੇਣ ਲੱਗ ਜਾਂਦੇ ਹਨ। ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ, ਬਾਣੀ ਨਾਲ ਜੁੜਦੇ ਹਾਂ, ਆਪਣੇ ਔਗਣ ਦਿਖਾਈ ਦੇਣ ਲੱਗ ਜਾਂਦੇ ਹਨ। ਜਿੰਨਾ ਚਿਰ ਅਸੀਂ ਸੰਸਾਰ ਨਾਲ ਜੁੜੇ ਹੋਏ ਹਾਂ, ਉਨਾ ਚਿਰ ਸਾਨੂੰ ਦੂਸਰਿਆਂ ਦੇ ਔਗਣ ਦਿਖਾਈ ਦਿੰਦੇ ਹਨ ਅਤੇ ਆਪਣੇ ਗੁਣ ਦਿਖਾਈ ਦਿੰਦੇ ਹਨ। ਮੇਰੇ ਵਰਗਾ ਨਿਤਨੇਮੀ, ਮੇਰੇ ਵਰਗਾ ਧਰਮੀ, ਮੇਰੇ ਵਰਗਾ ਕਮਾਈ ਕਰਨ ਵਾਲਾ ਸਿਆਣਾ ਕੌਣ ਹੋ ਸਕਦਾ? ਅਤੇ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਗਏ, ਗੁਰੂ ਦੀ ਮੱਤ ਗ੍ਰਹਿਣ ਕਰ ਲਈ, ਇਹ ਉਪਦੇਸ਼ ਗ੍ਰਹਿਣ ਕਰ ਲਿਆ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਆਪਣੇ ਅੰਦਰ ਝਾਤੀ ਮਾਰੀ, ਫਿਰ ਆਪਣੇ ਔਗਣ ਦਿਖਾਈ ਦਿੱਤੇ ਅਤੇ ਦੂਸਰਿਆਂ ਦੇ ਗੁਣ ਦਿਸਣ ਲੱਗ ਪਏ ਕਿ ਮੇਰੇ ਨਾਲ ਸਾਰੇ ਹੀ ਚੰਗੇ ਹਨ। ਇਸ ਕਰਕੇ ਸਤਿਗੁਰੂ ਜੀ ਆਖਦੇ ਹਨ ਕਿ ਭਾਈ, ਹੇ ਕਮਲੇ ਝੱਲੇ ਮਨੁੱਖ, ਅਬ ਕਿਉਂ ਡੋਲਤ ਦੀਨ, ਹੁਣ ਕਿਉਂ ਡੋਆਵਾਂ ਡੋਲ ਹੋਇਆ ਫਿਰਦਾ? ਹੁਣ ਤਾਂ ਸਮਾਂ ਲੰਘ ਗਿਆ। ਜਿਸ ਵਾਹਿਗੁਰੂ ਪਰਮੇਸ਼ਰ ਨੇ ਤੇਰੇ 'ਤੇ ਰਹਿਮਤਾਂ ਵਰਸਾਈਆਂ, ਉਸ ਵਾਹਿਗੁਰੂ ਪਰਮੇਸ਼ਰ ਦੇ ਤੂੰ ਕਦੇ ਗੁਣ ਗਾਈ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਗੁਰ ਉਪਦੇਸ਼ ਗੁਰਬਾਣੀ ਦੀ ਵਿਚਾਰ ਸਾਡੇ ਮਨ ਹਿਰਦੇ ਵਿੱਚ ਵਸੇ। ਅਸੀਂ ਗੁਰਬਾਣੀ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ, ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾ ਲਈਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।